ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਨੌਵੇਂ ਕੇ ਸ਼ਲੋਕ ਸਤਵਾਂ। ਤਨ ਤਨ ਜਹ ਤੋ ਕੋ ਦਿਓ ਤਾਸਿਉ ਨਹਿ ਨ ਕੀਨ। ਕਉ ਨਾਨਕ ਨਰ ਬਾਵਰੇ ਅਬ ਕਿਉ ਢੋਲਤ ਦੀਨ। ਸਤਿਗੁਰ ਸਿੱਖ ਸੰਗਤ ਨੂੰ ਸਮਝਾਉਣਾ ਚਾਹੁੰਦੇ ਨੇ, ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੋਈ ਨਹੀਂ ਜਾਣਦਾ ਉਹਨੇ ਕਿਵੇਂ ਸਿਰਜੀ ਹੈ। ਸੁਣੀਆਂ ਸੁਣਾਈਆਂ ਗੱਲਾਂ ਅਸੀਂ ਕਰੀ ਜਾਂਦੇ ਹਾਂ, ਸੁਣ ਵੱਡਾ ਆਖੇ ਸਭ ਕੋਏ। ਸਾਰੇ ਸੁਣੀਆਂ ਸੁਣਾਈਆਂ ਗੱਲਾਂ ਕਰੀ ਜਾਂਦੇ, ਕੇਵਟ ਵੱਡਾ ਡਿੱਠਾ ਹੋਏ। ਭਗਤ ਗੁਰੂ ਸਾਹਿਬਾਨਾਂ ਨੇ ਪਹਿਲਾਂ ਆਪ ਦਰਸ਼ਨ ਕੀਤਾ ਔਰ ਸਿਰਜਣ ਬਾਰੇ ਹੀ ਆਪਾਂ ਨੂੰ ਸਮਝਾ ਰਹੇ ਨੇ। ਉਹੀ ਤਾਂ ਉਹਦੇ ਗੁਣਾਂ ਦੀ ਆਪਾਂ ਵਿਚਾਰ ਕਰਨੀ ਹੈ, ਉਹਦੇ ਵਿੱਚੋਂ ਆਪਾਂ ਨੂੰ ਗਿਆਨ ਪ੍ਰਾਪਤ ਹੁੰਦਾ ਵਾ। ਫਿਰ ਸਮਝ ਆਉਂਦੀ ਹੈ ਸਾਨੂੰ ਗਿਆਨ ਤੋਂ ਬਾਅਦ। ਤਨ ਧਨ ਜਹ ਤੂੰ ਕੋ ਦਿਓ ਤਾਸਿਓ ਨਹਿ ਨ ਕੀਨ। ਹੇ ਮਨਾ, ਆਪਾਂ ਕੁਦਰਤ ਨਾਲ ਤਾਂ ਪ੍ਰੇਮ ਹੀ ਨਹੀਂ ਕੀਤਾ। ਗੁਰੂ ਸਾਹਿਬ ਤਾਂ ਐਂ ਸਮਝਾਉਂਦੇ ਨੇ, ਜਿਹਨੇ ਸਾਨੂੰ ਤਨ ਆਹ ਸੰਸਾਰੀ ਧਨ ਵੀ ਸਾਰਾ ਹਵਾ ਪੌਣ ਪਾਣੀ ਜਿਹੜਾ ਕੁਦਰਤ ਨੇ ਬਣਾਇਆ। ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਆਸਾ ਦੀ ਵਾਰ ਦੇ ਬਚਨ ਲਈ ਆਪਾਂ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਬਾਸ। ਇਹ ਸਾਰਾ ਕੁਛ ਤਾਂ ਕੁਦਰਤ ਨੇ ਬਣਾਇਆ। ਫਿਰ ਇਹਦੇ ਖਾਣ ਪੀਣ ਦੀ ਜਵਾਬਦਾਰੀ, ਸਾਰੀ ਸ੍ਰਿਸ਼ਟੀ ਦੀ ਪਾਲਣਾ, ਸਾਰਾ ਕੁਛ ਤਾਂ ਕੁਦਰਤ ਹੀ ਕਰ ਰਹੀ ਹੈ। ਪਰ ਸਾਨੂੰ ਇਹਦਾ ਗਿਆਨ ਨਹੀਂ। ਸਤਿਗੁਰੂ ਉਹੀ ਸਮਝਾ ਰਹੇ ਨੇ, ਜਿਹਨੇ ਤੈਨੂੰ ਸਾਰਾ ਕੁਛ ਦਿੱਤਾ ਭਾਈ, ਤੂੰ ਉਹਦੇ ਨੇ ਨਹੀਂ ਪ੍ਰੇਮ ਕੀਤਾ। ਦਾਤ ਪਿਆਰੀ ਵਿਸਰਿਆ ਦਤਾਰ। ਦਤਾਰ ਵਿਸਰ ਗਿਆ ਸਾਡੇ ਕੋਲੋਂ। ਹੁਣ ਅਸੀਂ ਦਤਾਰ ਦੇ ਦਰਸ਼ਨ ਕਰਨੇ ਨੇ। ਕੌਣ ਹੈ? ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਟੂਟ ਨਾ ਆਵੀ, ਅਗਨਤ ਭਰੇ ਭੰਡਾਰ। ਉਹ ਇੱਕ ਕੀ ਹੈ, ਉਹੀ ਤਾਂ ਸਾਨੂੰ ਬਾਣੀ ਸਮਝਾਉਂਦੀ ਹੈ। ਅਸੀਂ ਇੱਕ ਕਿਵੇਂ ਹੋਣਾ, ਇੱਕ ਹੋ ਕੇ ਉਹਦਾ ਦਰਸ਼ਨ ਕਰਾਂਗੇ। ਸਰੀਰ ਕਰਕੇ ਤਾਂ ਧਰਮ ਕਰਮ ਅਸੀਂ ਕਰਦੇ ਹਾਂ, ਉਹ ਤਾਂ ਸਾਰੇ ਆਪਦੇ ਆਪ ਨੂੰ ਪੂਰਨ ਸਮਝਦੇ ਨੇ। ਸਤਿਗੁਰਾਂ ਦੇ ਵਚਨ ਲੈ ਲੈਣਾ, ਘੱਟ ਨਾ ਕੋਈ ਆਖਾ। ਪਤ ਪ੍ਰਮਾਣਾ ਪਿੱਛੇ ਪਾਈਏ, ਤੋ ਨਾਨਕ ਤੋਲਿਆ ਜਾਪੇ। ਤਾਂ ਅੱਗੇ ਜਾ ਕੇ ਪਤਾ ਲੱਗੂ ਪੂਰਨ ਕੌਣ ਹੈ। ਜਿਹੜੇ ਪੂਰੇ ਹੋ ਜਾਂਦੇ ਨੇ, ਉਹਦੇ ਚਰਨਾਂ 'ਚ ਪਹੁੰਚ ਜਾਂਦੇ ਨੇ, ਜਿਹੜੀਆਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਉਹ ਤਾਂ ਹਰ ਜਸ ਕਰਦੀਆਂ ਨੇ। ਉਹਨਾਂ ਦੀ ਆਤਮਾ ਤਾਂ ਜਾਗ ਜਾਂਦੀ ਹੈ, ਉਹ ਤਾਂ ਉਹਦੇ ਨਹੀਂ ਪ੍ਰੇਮ ਕਰਦੇ ਨੇ। ਪਰ ਮਨ ਸੁੱਤਾ ਪਿਆ ਗੁਰਬਾਣੀ ਗੁਰਮਤਿ ਅਨੁਸਾਰ ਸੁਪਨਾ ਲੈ ਰਿਹਾ ਹੈ। ਨਰਪਤ ਰਾਜਾ ਸਿੰਘਾਸਨ ਸੋਇਆ, ਸੁਪਨੇ ਪਿਆ ਭਖਾਰੀ। ਇਹ ਵੀ ਭਗਤ ਰਵਿਦਾਸ ਜੀ ਦੇ ਸ਼ਬਦ ਨੂੰ ਸਾਖੀਆਂ ਨਾਲ ਧਾਰਨਾਂ ਨਾਲ ਜੋੜ ਕੇ ਸਾਨੂੰ ਗੁਰਬਾਣੀ ਤੋਂ ਦੂਰ ਕਰਤਾ। ਅਸੀਂ ਹੁਣ ਗੁਰਬਾਣੀ ਦੇ ਨੇੜੇ ਹੋਣਾ। ਜਿਹਨੂੰ ਵਿਚਾਰਾਂਗੇ ਫਿਰ ਹੀ ਨੇੜੇ ਹੋਵਾਂਗੇ। ਕਰਨੀ ਆਪੋ ਆਪਣੀ ਕਹਿ ਨੇੜੇ ਕੇ ਦੂਰ। ਜੇ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ ਫਿਰ ਅਸੀਂ ਨੇੜੇ ਹੋ ਜਾਵਾਂਗੇ ਭਾਈ। ਨਹੀਂ, ਦੂਰ ਤਾਂ ਹੈ। ਜਿਹੜੀ ਸਾਡੀ ਦੂਰੀ ਪੈ ਗਈ ਹੈ, ਬਾਣੀ ਉਹੀ ਤਾਂ ਦੂਰੀ ਤੈਅ ਕਰਦੀ ਹੈ, ਉਹੀ ਤਾਂ ਖਤਮ ਕਰਦੀ ਹੈ। ਗੁਰਚੇਲੇ ਕੀ ਸੰਤ ਬੁਲਾਵੇ। ਨਰਪਤ ਰਾਜਾ ਸਿੰਘਾਸਨ ਸੋਇਆ, ਸੁਪਨੇ ਪਿਆ ਭਖਾਰੀ। ਹੈ ਤਾਂ ਰਾਜਾ ਮਨ, ਪਰ ਸੁਪਨੇ ਦੇ ਵਿੱਚ ਭਖਾਰੀ ਬਣਿਆ ਹੋਇਆ। ਜਿਹੜੇ ਅਸੀਂ ਰਾਜੇ ਸਮਝਦੇ ਨੇ ਸੰਸਾਰੀ, ਇਹ ਤਾਂ ਚਾਰ ਦਿਨ ਦੇ ਨੇ। ਇਹ ਰਾਜੇ ਭੂਪਤ ਚਾਰ ਦੇ ਦਿਵਸ ਕੇ ਝੂਠੇ ਕਰੇ ਦੇ ਵਾਜਾ। ਹਰ ਸਮਾਨ ਨਹੀਂ ਕੋਈ ਰਾਜਾ। ਰਾਜਾ ਤਾਂ ਇੱਕ ਹੀ ਹੈ ਭਾਈ, ਉਹਦੀ ਸ਼ਰਨ ਤਾਂ ਅਸੀਂ ਜਾਣਾ। ਪਰ ਜਿਹਨੇ ਸਾਨੂੰ ਸਾਰਾ ਕੁਝ ਦਿੱਤਾ, ਉਹਦੇ ਨਾਲ ਤਾਂ ਅਸੀਂ ਪ੍ਰੇਮ ਹੀ ਨਹੀਂ ਕੀਤਾ। ਸਾਰਿਆਂ ਦੀ ਉਹਨੂੰ ਚਿੰਤਾ ਰਹਿੰਦੀ ਹੈ, ਸਾਰਿਆਂ ਦਾ ਖਿਆਲ ਰੱਖਦਾ। ਪਰ ਇਹ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਦਿੰਦਾ ਰਹੇ ਨਾ ਚੁੱਕੇ ਭੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਲਗਾਤਾਰ ਦੇ ਹੀ ਰਿਹਾ ਜੀਵਾਂ ਨੂੰ। ਜਪਜੀ ਸਾਹਿਬ ਦੇ ਆਪਾਂ ਸਤਿਗੁਰਾਂ ਦੇ ਵਚਨ ਲੈ ਲੈਣੇ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ। ਹੁਕਮੀ ਹੁਕਮ ਚਲਾਏ ਰਾਓ, ਨਾਨਕ ਵਿਕਸੇ ਬੇਪਰਵਾਹ। ਕਿੰਨੇ ਵੀ ਜੀਵ ਨੁਕਸਾਨ ਕਰਦੇ ਨੇ ਸੰਸਾਰ 'ਚ, ਕਿੰਨਾ ਮਾਇਆ ਦਾ ਨੁਕਸਾਨ ਹੁੰਦਾ, ਉਹਨੂੰ ਕੋਈ ਪਰਵਾਹ ਨਹੀਂ ਹੈਗੀ। ਇੱਕ ਦਾਣੇ ਤੋਂ ਅਨੇਕਾਂ ਦਾਣੇ ਪੈਦਾ ਕਰ ਦਿੰਦਾ। ਉਹਦੀ ਚੀਜ਼ ਕਦੇ ਵੀ ਖਤਮ ਹੋਣ ਵਾਲੀ ਨਹੀਂ। ਪਰ ਸਾਨੂੰ ਉਹਦਾ ਗਿਆਨ ਨਹੀਂ, ਅਸੀਂ ਉਹਦੇ ਨਾਲ ਪ੍ਰੇਮ ਨਹੀਂ ਕੀਤਾ।
ਹੁਣ ਸਤਿਗੁਰ ਤਾਂ ਉਹੀ ਸਮਝਾਉਂਦੇ ਨੇ ਭਾਈ ਵੀ ਸਰੀਰ ਵੀ ਉਹਦੀ ਕਿਰਪਾ ਨਾਲ ਮਿਲਦਾ। ਫਿਰ ਆਪਾਂ ਆ ਜਾਓ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ। ਜਿਨ ਤੂੰ ਸਾਜ ਸਵਾਰ ਸੰਗਾਰਿਆ, ਗਰਭ ਅਗਨ ਮੇ ਜਿਨੇ ਉਵਾਰਿਆ, ਵਾਰ ਵਿਵਸਥਾ ਤੁਝ ਪਿਆਰੇ ਦੂਧ। ਇੱਥੇ ਤੱਕ ਉਹਨੇ ਖਿਆਲ ਰੱਖਿਆ ਸਾਡਾ, ਹੁਣ ਵੀ ਖਿਆਲ ਰੱਖਿਆ। ਅਸੀਂ ਰਾਤ ਨੂੰ ਸੌਂ ਜਾਂਦੇ, ਸਾਡਾ ਹਾਰਟ ਚੱਲਦਾ ਹੈ। ਕਿਹਦੀ ਕਿਰਪਾ ਨਾਲ ਚੱਲਦਾ ਭਾਈ? ਉਹਦੀ ਕਿਰਪਾ ਨਾਲ ਹੀ ਹਾਰਟ ਚੱਲਦਾ। ਜਿਨ ਜੀਓ ਪਿੰਡ ਦੀ ਯਾਰ ਚ ਘਬਰਾਵੇ, ਸਭ ਘੱਟ ਭੀਤਰ ਹਾਰਟ ਚਲਾਵੇ। ਉਹਦਾ ਦਰਸ਼ਨ ਕਰਨਾ ਸੀ ਜਿਹੜਾ ਸਾਡਾ ਹਾਰਟ ਚਲਾ ਰਿਹਾ ਵਾ। ਉਹਦਾ ਦਰਸ਼ਨ ਕਰਨ ਤਾਂ ਅਸੀਂ ਆਏ ਹਾਂ। ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਣਾ ਤੀਜੀ ਪਾਤਸ਼ਾਹੀ ਦੇ। ਜੀ ਜੰਤ ਸਭ ਤੁਧ ਪਾਏ, ਇੱਕ ਵੇਖ ਪਰਸਣ ਆਇਆ। ਇਹ ਜਿੰਨੇ ਵੀ ਜੀਵ ਨੇ ਸਾਰੇ ਕੁਦਰਤ ਨੇ ਪੈਦਾ ਕੀਤੇ ਨੇ। ਅਸੀਂ ਉਹਨੂੰ ਪ੍ਰੇਮ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਸਾਨੂੰ ਗਿਆਨ ਨਹੀਂ ਹੈ। ਜੇ ਕਿਸੇ ਨੇ ਕੁਦਰਤ ਦਾ ਦਰਸ਼ਨ ਕਰਨਾ ਹੈ ਤਾਂ ਉਹਨੂੰ ਗੁਰ ਸ਼ਬਦ ਦੀ ਕਮਾਈ ਕਰਨੀ ਪਊਗੀ। ਗਿਆਨ ਤੋਂ ਬਾਅਦ ਉਹਦਾ ਦਰਸ਼ਨ ਹੋਣਾ। ਗਿਆਨ ਨਹੀਂ ਅਸੀਂ ਅਨੁਭਵ ਕਰ ਸਕਦੇ। ਇਹ ਜਿੰਨੇ ਜੀਵ ਜੰਤ ਸਾਰੇ ਪੈਦਾ ਕੀਤੇ, ਸਰੀਰ ਚਾਰੇ ਖਾਣੀਆਂ ਕੁਦਰਤ ਨੇ, ਉਹਦੇ ਚਰਨ ਪਰਸਨ ਤਾਂ ਅਸੀਂ ਆਏ ਹਾਂ। ਉਹ ਅੰਦਰ ਤਾਂ ਹੈ ਸਾਡੇ, ਦੂਰ ਕਿੱਥੇ ਹੈ? ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹਦਾ ਤਾਂ ਗਿਆਨ ਹੈ, ਬਾਣੀ ਗੁਰਦੇਵ ਦਾ ਹੀ ਗਿਆਨ ਹੈ। ਗੁਰਦੇਵ ਦਾ ਹੀ ਦਰਸ਼ਨ ਕਰਨਾ ਅਸੀਂ ਪਹਿਲਾਂ। ਅਸੀਂ ਸਿੱਧਾ ਹੀ ਪਹਿਲਾਂ ਪਰਮਾਤਮਾ ਦਾ ਦਰਸ਼ਨ ਕਰਦੇ। ਸਾਡੀ ਇਹਦੀ ਬੁੱਧੀ ਹੈਗੀ, ਇਹ ਵਡ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣ, ਐਡੀ ਬੁੱਧੀ ਹੈਗੀ ਸਾਡੀ। ਪਰ ਅਸੀਂ ਸਰੀਰ ਰੂਪ ਕਰਕੇ, ਭੇਖ ਕਰਕੇ ਹੰਕਾਰੀ ਬਣ ਗਏ, ਆਪਦੇ ਆਪ ਨੂੰ ਵੱਡਾ ਮੰਨਣ ਲੱਗ ਗਏ। ਜਿਵੇਂ ਆਪਾਂ ਪਿੱਛੇ ਵਿਚਾਰ ਕੀਤੀ ਸੀ ਭਗਤ ਕਬੀਰ ਜੀ ਦੇ ਸਲੋਕ ਦੀ, ਬਾਂਸ ਵਡਾਈ ਬੂਢਿਆ, ਚੰਦਨ ਦੇ ਕੋਲ ਦੀ ਬਾਂਸ ਐਂ ਨਿਕਲ ਜਾਂਦਾ ਹੈ। ਗੁਰੂ ਉਪਦੇਸ਼ ਨੂੰ ਅਸੀਂ ਐਂ ਛੱਡਤਾ ਜਿਵੇਂ ਬਾਂਸ ਚੰਦਨ ਦੇ ਕੋਲ ਦੀ ਨਿਕਲ ਗਿਆ। ਵੱਡਾ ਬਣਨਾ ਚਾਹੁੰਦਾ ਨਾ ਮਨ, ਹੰਕਾਰੀ ਹੈ ਨਾ। ਫਿਰ ਕੀ ਹੁੰਦਾ ਇਹਨੂੰ? ਫਿਰ ਕਾਲ ਲੈ ਜਾਂਦਾ ਹੈ। ਫਿਰ ਕਿਵੇਂ ਮਿੰਨਤਾਂ ਕਰਦਾ ਹੈ? ਆਪਾਂ ਭਗਤ ਕਬੀਰ ਦਾ ਸਲੋਕ ਲੈਣੇ ਜਦੋਂ ਅੰਤ ਟਾਈਮ ਆਉਂਦਾ। ਕਰੂੰ ਅਰਦਾਸ ਗਾਉ ਕਿਸ ਬਾਕੀ, ਲੇਹੂ ਨਵੇਰ ਆਜ ਕੀ ਰਾਤੀ। ਮੈਂ ਅਰਦਾਸ ਬੇਨਤੀ ਕਰਦਾ, ਮੈਨੂੰ ਅੱਜ ਦੀ ਰਾਤ ਛੱਡ ਦਿਓ। ਮੈਂ ਆਪਣਾ ਪਿੰਡ 'ਚ ਕੋਈ ਗਾਂਵ 'ਚ ਕੋਈ ਹਿਸਾਬ ਕਿਤਾਬ ਹੈਗਾ ਕਰਕੇ ਮੈਂ ਤੁਹਾਡੇ ਨਾਲ ਸਵੇਰੇ ਚੱਲੂੰਗਾ। ਫਿਰ ਅੱਗੋਂ ਕੀ ਹੁਕਮ ਆਉਂਦਾ ਹੈ? ਅਮਲ ਸਿਰਾਨੋ ਲੇਖਾ ਦੇਣਾ, ਆਈ ਕਠਨ ਜਮ ਦੂਤ ਲੈਣਾ। ਤੇ ਅਮਲ ਨਹੀਂ ਕੀਤਾ ਜੀਵ ਇੱਥੇ ਆ ਕੇ। ਕੀ ਕਰਨ ਆਇਆ ਸੀ ਇੱਥੇ ਤੂੰ ਤਾਂ ਲੇਖਾ ਹੋਰ ਵਧਾ ਲਿਆ। ਨਿਰਮਲ ਬੁੱਧੀ ਲੈ ਕੇ ਆਇਆ ਸੀਗਾ, ਅੱਜ ਰਾਖਸ਼ ਬਣਿਆ ਬੈਠਾ ਵਾ। ਉਹੀ ਤਾਂ ਰਾਵਣ ਹੈ ਮਨ। ਇਹ ਬਾਣੀ ਰਾਮ ਦੇ ਬਾਣ ਨੇ, ਇਹਦੇ ਨਹੀਂ ਮਰਨਾ ਮਨ ਰਾਵਣ ਨੇ। ਮਰਨਾ ਕੁਛ ਨਹੀਂ ਹੈਗਾ, ਸਰੀਰ ਤਾਂ ਸਾਨੂੰ ਛੱਡਣਾ ਹੀ ਪੈਣਾ। ਇੱਛਾ ਨਹੀਂ ਮਰਨਾ, ਇੱਛਾ ਕਰਕੇ ਹੀ ਮਨ ਰਾਵਣ ਹੈ। ਜੋ ਦਿੱਤਾ ਉਹ ਤੇ ਖੁਸ਼ ਨਹੀਂ ਹੈਗਾ ਇਹ। ਉਹੀ ਤਾਂ ਬਾਣੀ ਸਮਝਾਉਂਦੀ ਹੈ, ਤੈਨੂੰ ਹੋਰ ਦੇ ਦੂਗਾ ਭਾਈ। ਉਹਦੇ ਕਿਹੜਾ ਘਰ 'ਚ ਕਮੀ ਹੈ? ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਉਹਦੇ ਹੁਕਮ ਤੋਂ ਬਿਨਾਂ ਤੁਸੀਂ ਕਿਵੇਂ ਲੈ ਲਓਗੇ? ਜਿਸ ਦੇ ਤਿਸ ਕਿਆ ਚਾਰਾ। ਜਿਹਨੂੰ ਉਹ ਦੇਣਾ ਚਾਹੇ ਸੰਸਾਰ ਭਾਵੇਂ ਕੁਛ ਵੀ ਕਰ ਲਵੇ, ਦੇ ਦਿੰਦਾ ਉਹ। ਉਹੀ ਤਾਂ ਸਾਨੂੰ ਸਤਿਗੁਰ ਸਮਝਾ ਰਹੇ ਨੇ। ਗਿਆਨ ਤੋਂ ਬਾਅਦ ਹੀ ਸਾਨੂੰ ਕੁਦਰਤ ਦਾ ਦਰਸ਼ਨ ਹੋਣਾ। ਆਓ ਸਾਰੇ ਨੂੰ ਮਿਲ ਕੇ ਵਿਚਾਰੀਏ ਜੇ ਕੁਦਰਤ ਦਾ ਦਰਸ਼ਨ ਕਰਨਾ ਚਾਹੁੰਦੇ। ਗੱਲਾਂ ਨਾਲ ਨਹੀਂ ਇਹ ਪ੍ਰਾਪਤੀ ਹੁੰਦੀ, ਗਿਆਨ ਨਾਲ ਗੱਲੀ ਢੂੰਡੀਏ ਨਾਨਕ, ਕਥਨਾ ਕਰੜਾ ਸਾਰਾ ਸਦੀ ਬਾ ਸਤਿਗੁਰ ਸਮਝਾਉਂਦੇ ਨੇ। ਹੁਣ ਅਸੀਂ ਕੀ ਕਰਨਾ? ਜੈ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਆਓ ਭਾਈ ਭਗਤੀ ਸ਼ੁਰੂ ਕਰੀਏ। ਇਹ ਭਗਤੀ ਐਸੀ ਹੈ ਤੁਸੀਂ ਕੰਮਕਾਰ ਕਰਦੇ ਵੀ ਕਰ ਸਕਦੇ। ਜਿਹੜੀਆਂ ਅਸੀਂ ਸੰਸਾਰ 'ਚ ਪਹਿਲਾਂ ਭਗਤੀਆਂ ਕਰਦੇ ਹਾਂ, ਹੱਠ ਯੋਗ ਤਪ ਯੋਗ, ਉਹ ਤਾਂ ਅਕਲ ਬੰਦ ਕਰਕੇ ਅਸੀਂ ਕਰਦੇ ਰਹੇ। ਉਹ ਤਾਂ ਹੰਕਾਰ ਹੀ ਪੈਦਾ ਹੋਇਆ। ਅਕਲ ਲੈਣੀ ਆ, ਅਕਲ ਗਤ ਗੁਰ ਤੇ ਜਾਣੀ। ਇਹ 'ਚੋਂ ਸਾਨੂੰ ਅਕਲ ਮਿਲਣੀ ਹੈ, ਸਾਡੀ ਮਤ ਦੀ ਸਮਾਪਤੀ ਹੋਣੀ ਹੈ, ਗੁਰ ਕੀ ਮਤ ਪ੍ਰਗਟ ਹੋਣੀ ਹੈ। ਕਿਵੇਂ ਪ੍ਰਗਟ ਹੁੰਦੀ ਆ? ਉਪਜਿਆ ਸਹਿਜ ਗਿਆਨ ਮਤ ਜਾਗੀ। ਜਦੋਂ ਗਿਆਨ ਮਤ ਜਾਗਦੀ ਹੈ ਫਿਰ ਇਹਨੂੰ ਕੁਦਰਤ ਦਾ ਦਰਸ਼ਨ ਹੁੰਦਾ ਹੈ। ਫਿਰ ਇਹ ਉਹਦੇ ਨਾਲ ਪ੍ਰੇਮ ਕਰਦਾ ਹੈ। ਇਹ ਪ੍ਰੇਮਾ ਭਗਤੀ ਹੈ। ਇਹ ਸਾਡੇ ਮਨ 'ਚ ਤਾਂ ਬਸੂਗੀ ਜੇ ਅਸੀਂ ਗੁਰ ਸ਼ਬਦ ਦੀ ਕਮਾਈ ਕਰਾਂਗੇ। ਗਿਆਨ ਤੋਂ ਬਾਅਦ ਫਿਰ ਉਹਦੇ ਨਾਲ ਪ੍ਰੇਮ ਪੈਂਦਾ। ਜਪਜੀ ਸਾਹਿਬ ਸਤਿਗੁਰਾਂ ਨੇ ਇਹ 4 ਅਵਸਥਾ ਸਾਨੂੰ ਸਮਝਾਈਏ। ਸੁਣੀਏ ਪਹਿਲੇ ਇਹਨੂੰ, ਸੁਣੀਏ ਸਮਾਰ ਕੇ ਸਮਝਣੀ ਹੈ ਇਹਨੂੰ, ਫਿਰ ਵਿਚਾਰਨਾ। ਫਿਰ ਸਾਡੇ ਜਿਹੜੇ ਹੈਗੇ ਆ ਮਨ ਬੁੱਧੀ ਅੰਤਰਮੁਖੀ ਹੋ ਜਾਂਦੇ, ਇਹਨਾਂ ਨੂੰ ਗਿਆਨ ਹੋ ਜਾਂਦਾ। ਫਿਰ ਮਨ ਮੰਨ ਜਾਂਦਾ। ਸੁਣਨ ਤੋਂ ਬਿਨਾਂ ਮਨ ਨਹੀਂ ਮੰਨਦਾ ਹੈਗਾ। ਮੰਨੇ ਤੋਂ ਬਾਅਦ ਫਿਰ ਦੂਜੀ ਅਵਸਥਾ 'ਚ ਪਹੁੰਚ ਜਾਂਦਾ ਹੈ।
ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ। ਫਿਰ ਇਹਨੂੰ ਸੋਝੀ ਹੋ ਜਾਂਦੀ ਹੈ, ਫਿਰ ਇਹਦੇ ਨਾਲ ਪ੍ਰੇਮ ਪਾਉਂਦਾ ਹੈ। ਤੀਜੀ ਅਵਸਥਾ ਜਾ ਕੇ ਸਾਡਾ ਪ੍ਰੇਮ ਪੈਂਦਾ ਹੈ। ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ। ਸਾਰੀ ਸੋਝੀ ਹੋ ਜਾਂਦੀ ਹੈ ਇਹਨੂੰ ਸੰਸਾਰ ਦੀ, ਕਿਵੇਂ ਆਏ ਆ, ਕਿਵੇਂ ਜਾਣਾ ਵਾ। ਕਿਰਪਾ ਰਹਿਮਤ ਹੋ ਜਾਂਦੀ ਆ ਕੁਦਰਤ ਦੀ। ਸੁਣੀਏ ਮੰਨੀਏ ਮਨ ਕੀਤਾ ਪਾਓ, ਫਿਰ ਇਹ ਪ੍ਰੇਮ ਕਰਦਾ ਕੁਦਰਤ ਨਾਲ, ਫਿਰ ਸ੍ਰਿਸ਼ਟੀ ਨਾਲ ਪ੍ਰੇਮ ਕਰਦੇ, ਇਹ 'ਚ ਗੁਣ ਪੈਦਾ ਹੋ ਜਾਂਦੇ ਨੇ। ਨਿਰਭਉ ਨਿਰਵੈਰ ਵਾਲੀਆਂ ਅਵਸਥਾ ਇਹਦੀਆਂ ਪ੍ਰਾਪਤ ਹੋ ਜਾਂਦੀਆਂ, ਜਿਹੜੀਆਂ ਖੋ ਚੁੱਕਿਆ ਸੀ। ਇਸ ਕਰਕੇ ਤਾਂ ਇਹਦਾ ਜੰਮਣ ਮਰਨ ਸੀਗਾ। ਫਿਰ ਚੌਥੇ ਜਾ ਕੇ ਅੰਤਰਗਤ ਤੀਰਥ ਮਰਨ ਆਓ, ਫਿਰ ਅਤਰੀਵ ਦੁਨੀਆ ਨੂੰ ਚਲੇ ਜਾਂਦਾ। 10ਵਾਂ ਦੁਆਰੇ ਦਾ ਖੁੱਲ੍ਹ ਜਾਂਦਾ। 10ਵਾਂ ਦੁਆਰ ਤਾਂ ਖੁੱਲ੍ਹਾ, ਸਾਡੀ ਪਿੱਠ ਕੀਤੀ ਹੋਈ ਸੀਗੀ। ਉੱਥੋਂ ਤਾਂ ਸਾਹ ਆ ਰਿਹਾ, ਉਹੀ ਤਾਂ ਦੇਵਲੋਕ ਹੈ, ਉਹੀ ਤਾਂ ਸਹਿਜ ਦੀ ਦੁਨੀਆ, ਉੱਥੇ ਤਾਂ ਅਸੀਂ ਜਾਣਾ। ਪਰ ਉੱਥੇ ਜਾਵਾਂਗੇ ਕਿਵੇਂ? ਅਸੀਂ ਤਾਂ ਗੁਰੂ ਸ਼ਬਦ ਨੂੰ ਸੁਣਦੇ ਹੀ ਨਹੀਂ ਹੈਗੇ, ਅਸੀਂ ਤਾਂ ਗੁਰੂਆਂ ਨੂੰ ਉਪਦੇਸ਼ ਕਰਦੇ ਹਾਂ। ਮਨ ਕੀ ਤਿਆਗੇ ਮੱਤੜੀ ਸੰਗ ਗੋਪਾਲੇ ਜਾਣ ਲਈ। ਇਹ ਮਨ ਦੀ ਮੱਤ ਭਾਈ ਤਿਆਗਣੀ ਹੈ, ਅਸੀਂ ਗੁਰ ਕੀ ਮੱਤ ਲੈਣੀ। ਇਹ ਕਿਵੇਂ ਪ੍ਰਗਟ ਹੋ ਗੁਰ ਕੀ ਮੱਤ? ਆਓ ਆਪਾਂ ਰਹਿ ਸਤਿਗੁਰਾਂ ਦੇ ਬਚਨ ਲੈ ਲੈਣ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ, ਗੁਰ ਸ਼ਬਦ ਦੀ ਕਮਾਈ ਕਰਦੇ ਰਹਿਣਾ, ਵਿਚਾਰਦੇ ਰਹਿਣਾ, ਦਿਨ ਰਾਤ ਲੱਗੇ ਰਹਿਣਾ, ਫਿਰ ਇਹ ਜੋਤ ਪ੍ਰਗਟ ਹੁੰਦੀ ਆ। ਉਹਦੇ ਨਾਲ ਫਿਰ ਇਹ ਸ਼ਬਦ ਅਰਥ ਤੁਸੀਂ ਕਰ ਸਕਦੇ ਹੋ, ਦੂਏ ਨੂੰ ਵੀ ਸਮਝਾ ਸਕਦੇ ਹੋ। ਜਦ ਤੱਕ ਤੁਸੀਂ ਹਾਲੇ ਤੁਹਾਡਾ ਕਾਲਜਗ ਤੋਂ ਛੁਟਕਾਰਾ ਨਹੀਂ ਹੋਇਆ, ਤੁਸੀਂ ਸਰੀਰ ਕਰਕੇ ਪੂਰਨ ਬਣੇ ਬੈਠੇ ਹੋ, ਕਾਲ ਨਹੀਂ ਬਣਦਾ ਹੈਗਾ। ਰਾਜਾ ਪਰਜਾ ਸ਼ੰਕਰ ਮਾਰੇ ਐਸੋ ਕਾਲ ਬਡਾਨੀ। ਜੇ ਕੀ ਖੱਟਿਆ, ਅਸੀਂ ਉਹਦੇ ਨਾਲ ਪ੍ਰੇਮ ਨਹੀਂ ਕੀਤਾ ਜਿਹਨੇ ਸਾਨੂੰ ਸਾਰਾ ਕੁਝ ਦਿੱਤਾ। ਆਓ ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ। ਬਿਹਾਗੜਾ ਬੱਲਾ ਪੰਜਵਾਂ, ਸੰਤ ਕਰ ਪਹਿਲਾ ਇੱਕ ਓਂਕਾਰ, ਸਤਿਗੁਰ ਪ੍ਰਸਾਦ। ਸਤਿਗੁਰ ਪ੍ਰਸਾਦ ਉਹਦੀ ਕਿਰਪਾ, ਸੱਚ ਦਾ ਗਿਆਨ ਲੈਣਾ, ਫਿਰ ਸਾਡੇ 'ਤੇ ਕਿਰਪਾ ਹੋਣੀ ਆ। ਹਰ ਕਾ ਏਕ ਚੰਬੋ ਦੇਖਿਆ ਮੇਰੇ ਲਾਲ ਜੀਓ, ਜੋ ਘਰੇ ਸੋ ਧਰਮ ਨਿਆਏ ਰਾਮ। ਹਰ ਰੰਗ ਅਖਾੜਾ ਪਾਇਨ ਮੇਰੇ ਲਾਲ ਜੀਓ, ਆਵਣ ਜਾਣ ਸਵਾਏ ਰਾਮ। ਸਤਿਗੁਰ ਸਮਝਾਉਂਦੇ ਨੇ, ਇੱਕ ਚੰਬਾ ਦੇਖਿਆ, ਕਿੱਡਾ ਵੱਡਾ ਖੇਲ ਹੈ ਕੁਦਰਤ ਦਾ। ਪਰਮ ਮੇਰੇ ਕਾ ਬੜ ਤਮਾਸ਼ਾ, ਭੱਟ ਸਮਝਾਉਂਦੇ ਨੇ ਸਵਈਆਂ 'ਚ, ਵੱਡਾ ਤਮਾਸ਼ਾ ਭਾਈ, ਸਾਤੋਂ ਤਾਂ ਆਹੀ ਨਹੀਂ ਸੰਭਾਲ ਹੁੰਦਾ, ਅਸੀਂ ਤਾਂ ਇੱਥੇ ਹੀ ਉਲਝ ਗਏ। ਇਹ ਦੇਖਾਂਗੇ ਕਿਵੇਂ ਆਪਾਂ ਤਾਂ ਤਮਾਸ਼ੇ ਦੇ ਵਿੱਚ ਆਪ ਖੇਲ ਰਹੇ ਹਾਂ। ਜਦੋਂ ਗੁਰ ਸ਼ਬਦ ਤੋਂ ਸਾਨੂੰ ਗਿਆਨ ਹੋ ਜਾਂਦਾ, ਫਿਰ ਜਿਹੜੀ ਸਾਡੀ ਮਨ ਬੁੱਧੀ ਹੈ, ਸੁਚੇਤ ਹੋ ਜਾਂਦੇ ਨੇ, ਬਚ ਕੇ ਰਹਿੰਦੇ ਨੇ ਬੁਰਾਈਆਂ ਤੋਂ। ਫਿਰ ਇਹ ਸੰਸਾਰ ਨੂੰ ਦੇਖਦੇ ਨੇ, ਉਹਨੂੰ ਦਿਵ ਦ੍ਰਿਸ਼ਟੀ ਕਹਿੰਦੇ ਨੇ, ਉਹਨੂੰ ਵੇਖਣਾ ਕਹਿੰਦੇ ਆ, ਦੇਖਣਾ ਅੱਖਾਂ ਨਾਲ ਕਹਿੰਦੇ। ਉਹੀ ਸਤਿਗੁਰ ਸਮਝਾਉਂਦੇ ਨੇ, ਇਹ ਚੰਬਾ ਹੈ ਭਾਈ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਧਰਮ ਦੇ ਗਿਆਨ ਜਿਹੜੇ ਗੁਰਸਿੱਖ ਸਭ ਦੀ ਕਮਾਈ ਕਰਦੇ ਨੇ, ਉਹ ਆਪਦੇ ਘਰ ਪਹੁੰਚ ਜਾਂਦੇ, ਉਹਨਾਂ 'ਤੇ ਕਿਰਪਾ ਹੁੰਦੀ ਹੈ। ਧਰਮ ਨਿਆਏ ਰਾਮ, ਜਿਹੜੀ ਵੱਡਾ ਬਣਨ ਦੀ ਸੰਸਾਰ ਦੇ ਵਿੱਚ ਮਨ ਦੇ ਪਿੱਛੇ ਚੱਲਦੇ ਰਹਿੰਦੇ ਨੇ, ਆਪਦਾ ਜੀਵਨ ਸਾਰਾ ਹੀ ਗਵਾ ਲੈਂਦੇ ਨੇ, ਉਹਨਾਂ ਨੂੰ ਕਾਲ ਲੈ ਜਾਂਦਾ। ਉਹੀ ਅੱਗੇ ਸਤਿਗੁਰ ਸਮਝਾ ਰਹੇ ਨੇ, ਹਰ ਰੰਗ ਅਖਾੜਾ ਪਾਏ ਨੇ ਮੇਰੇ ਲਾਲ ਜੀਓ, ਆਵਣ ਜਾਣ ਸਵਾਏ ਰਮ। ਆ ਰਹੇ ਨੇ, ਜਾ ਰਹੇ ਨੇ, ਪੂਰਾਂ ਦੇ ਪੂਰ ਆ ਰਹੇ ਨੇ ਔਰ ਜਾ ਰਹੇ ਨੇ। ਵਿਸਮਾਦ ਉੱਜੜ, ਵਿਸਮਾਦ ਰਾਹ ਉੱਜੜ ਵਾਲੇ ਪਾਸੇ ਅਸੀਂ ਲੱਗੇ ਹੋਏ ਹਾਂ। ਗੁਰ ਸ਼ਬਦ ਦੇ ਬਿਨਾਂ ਸਾਨੂੰ ਇਹ ਸਮਝ ਨਹੀਂ ਆਉਣੀ, ਸੰਸਾਰ ਕਿਵੇਂ ਪਾਰ ਕਰਨਾ। ਮਨ ਰੇ ਹਉਮੈ ਮੋਹ ਦੁਖ ਭਾਰੀਏ, ਭਉ ਜਲ ਜਗ ਤੇ ਨਾ ਜਾਈ ਤਰਣਾ। ਗੁਰਮੁਖ ਤਰ ਹਰ ਤਾਰੀਏ। ਭਾਈ ਹਰ ਦਾ ਗਿਆਨ ਹੈ, ਇਹ ਗੁਰ ਸ਼ਬਦ ਦੀ ਅਸੀਂ ਕਮਾਈ ਕਰਨੀ ਹੈ, ਫਿਰ ਸਾਡੇ ਮਨ ਨੇ ਟਿਕਣਾ ਵਾ, ਫਿਰ ਅਸੀਂ ਸਹਿਜ ਦੁਨੀਆ 'ਚ ਜਾਣਾ ਵਾ, ਜਿਹਨੂੰ ਦੇਵਲੋਕ ਆਖਿਆ, ਬਾਣੀ 10ਵਾਂ ਦੁਆਰ ਵੀ ਆਖਿਆ। ਉੱਥੇ ਬਹਿ ਕੇ ਫਿਰ ਇਹਦੀ ਨਾਮ ਦੀ ਪ੍ਰਾਪਤੀ ਸ਼ੁਰੂ ਹੋਣੀ ਹੈ। ਤਿਰ ਕਰ ਵੈਸੋ ਹਰ ਜਨ ਪਿਆਰੀ, ਸਤਿਗੁਰ ਤੁਮਰੇ ਕਾਸ ਵਾਰ ਦਾ ਵੀ ਇਹੀ ਭਾਵ ਆ ਭਾਈ। ਫਿਰ ਮਨ ਥਿਰ ਹੋ ਜਾਂਦਾ, ਜਦੋਂ ਗਿਆਨ ਪੈਦਾ ਹੁੰਦਾ ਮਨ ਟਿਕ ਜਾਂਦਾ ਵਾ। ਗਿਆਨ ਕਾ ਬੱਦਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਤੋਂ ਬਿਨਾਂ ਮਨ ਨੇ ਟਿਕਣਾ ਨਹੀਂ ਭਾਈ, ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ। ਪਰ ਅਸੀਂ ਤਾਂ ਗੁਰੂ ਨੂੰ ਉਪਦੇਸ਼ ਕਰਨ ਲੱਗੇ, ਇਹੀ ਗਲਤੀ ਕਰ ਬੈਠੇ। ਇਹ ਨਹੀਂ ਗਲਤੀ ਕਰਨੀ, ਸਾਡਾ ਸੰਸਾਰ 'ਤੇ ਆਉਣਾ ਤਾਈਓ ਸਫਲ ਹੋਊਗਾ ਜੇ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਆਵਣ ਤਾਂ ਜਾਣਾ ਤਿਨੇ ਕੀਆ, ਜਿਨ ਮੇਦਨ ਸਿਰਜੀਆਂ। ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ, ਇੱਕ ਭਰਮ ਭੁੱਲੇ ਫਿਰਦਿਆਂ। ਦੇਖੋ ਸਤਿਗੁਰ ਕਿੰਨਾ ਪਿਆਰ ਨਾਲ ਸਮਝਾ ਰਹੇ ਨੇ। ਇਹ ਆਉਣਾ ਜਾਣਾ ਤਾਂ ਭਾਈ ਉਹਨੇ ਕੀਤਾ ਵਾ ਸਾਰਾ ਕੁਛ, ਜਿਹਨੇ ਸ੍ਰਿਸ਼ਟੀ ਬਣਾਈ ਆ। ਅਸੀਂ ਹੁਣ ਤਾਪ ਦੀ ਸਮਝ ਬੈਠੇ ਹਾਂ। ਧਰਤੀ ਨਹੀਂ ਵਿਕਦੀ ਹੈਗੀ, ਕੋਈ ਚੀਜ਼ ਨਹੀਂ ਵਿਕਦੀ ਇੱਥੇ, ਬੰਦਾ ਵਿਕਦਾ ਵਾ, ਸਾਡੀ ਬੁੱਧੀ ਵਿਕਦੀ ਹੈ, ਅਸੀਂ ਵਿਕਦੇ ਹਾਂ ਔਰ ਚਲੇ ਜਾਂਦੇ ਹਾਂ। ਇਹਨੂੰ ਕੋਈ ਨਾਲ ਨਹੀਂ ਲਿਜਾ ਸਕਦਾ। ਤਿਲ ਜਿੰਨੀ ਚੀਜ਼ ਵੀ ਇੱਥੋਂ ਕੋਈ ਚੱਕ ਨਹੀਂ ਸਕਦਾ। ਉਹ ਐਡੀ ਸ਼ਕਤੀ ਹੈ, ਉਹਦਾ ਐਸਾ ਸਿਸਟਮ ਹੈ, ਸਾਡੇ ਪਲ ਪਲ ਦਾ ਹਿਸਾਬ ਹੁੰਦਾ ਹੈ। ਉਹੀ ਸਤਿਗੁਰ ਸਮਝਾਉਂਦੇ ਨੇ,
ਜਿਹੜਾ ਅਸੀਂ ਕੰਮ ਕਰਨ ਆਇਆ ਭਾਈ ਉਹ ਕਰੀਏ। ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੇ ਵਸੇਰਾ। ਕੀ ਕਰਨ ਵਿਹਾਜਣ ਆਇਆ ਭਾਈ? ਨਾਮ ਦਾ ਵਪਾਰ ਕਰਨ ਆਇਆ। ਨਾਮ ਲੈਣ ਤਾਂ ਆਏ ਸੀਗੇ ਅਸੀਂ, ਉਹ ਛੱਡਤਾ ਅਸੀਂ, ਮਾਇਆ ਇਕੱਠੀ ਕਰਨ ਲੱਗੇ। ਮਾਇਆ ਕਿਤੇ ਭਾਈ ਸਾਡੀ ਅਕਲ ਨਾ ਹੁੰਦੀ ਹੈ। ਸਤਿਗੁਰਾਂ ਦੇ ਵਚਨ ਲੈ ਲੈਣੇ ਆਪਾਂ ਸੁਖਮਨੀ ਸਾਹਿਬ ਦੇ, ਜਿਸ ਧਨ ਕੋ ਚਾਰ ਕੋ ਟੁੱਟ ਧਾਵੈ, ਸੋ ਧਨ ਹਰ ਸੇਵਾ ਤੇ ਪਾਵੇ। ਉਹ ਵੀ ਉਹਦੀ ਕਿਰਪਾ ਹੀ ਹੈ ਭਾਈ। ਇਹ ਗੋਡ ਗਿਫਟ ਆ, ਕਿਸੇ ਕੋਲ ਜ਼ਿਆਦਾ ਕਿਸੇ ਕੋਲ ਘੱਟ ਹੈ। ਘੱਟ ਦਾ ਵਿਰੋਧ ਨਹੀਂ ਕਰਨਾ, ਜ਼ਿਆਦਾ ਦਾ ਹੰਕਾਰ ਨਹੀਂ ਕਰਨਾ, ਇਹ ਕਿਸੇ ਦੀ ਨਹੀਂ ਹੈਗੀ। ਸਾਨੂੰ ਭਰਮ ਜ਼ਰੂਰ ਪੈ ਗਿਆ। ਉਹੀ ਸਤਿਗੁਰ ਸਮਝਾ ਰਹੇ ਨੇ, ਆਵਣ ਤਾਂ ਜਾਣਾ ਤਿੰਨੇ ਕੀ ਆ, ਜਿਨ ਮੇਦਨ ਸਿਰ ਜੀ। ਬਣਾਉਣ ਵਾਲਾ ਤਾਂ ਉਹ, ਮਾਇਆ ਤਾਂ ਉਹਦੀ ਹੈ, ਪਰ ਅਸੀਂ ਗਿਆਨ ਨਾ ਹੋਣ ਕਰਕੇ ਇਹਨੂੰ ਆਪਦੀ ਸਮਝੀ ਬੈਠੇ। ਇਹ ਤਾਂ ਇੱਕ ਦਿਨ ਛੱਡਣੀ ਪੈਣੀ ਹੈ। ਜੋ ਸੰਪਤ ਆਪਣੀ ਕਰਮਾਨੀ ਛਿਨਮੇ ਪਈ ਪਰਾਈ, ਖਿਨਮੇ ਕੌੜੇ ਹੋਏ ਜਿਤਨੇ ਮਾਇਆ ਪੋ। ਜਿੰਨੇ ਰਿਸ਼ਤੇ ਭੈਣ ਭਾਈ ਸਾਰੇ ਦਿਖਦੇ, ਜਦੋਂ ਕਾਲ ਆਉਂਦਾ ਨਾ ਸਾਰੇ ਕੌੜੇ ਲੱਗਣ ਲੱਗ ਜਾਂਦੇ। ਆਪਾਂ ਪਿੱਛੇ ਵੀ ਪਿਛਲੇ ਸਲੋਕ 'ਚ ਵੀ ਸਤਿਗੁਰਾਂ ਦੇ ਆਪਾਂ ਬਚਨ ਲਏ ਸੀ ਬਾਬਾ ਫਰੀਦ ਜੀ ਦੇ। ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਸਾਈਂ ਵਾਜੋਂ ਆਪਣੇ ਵੇਦਨ ਕਹੀਏ ਕਿਸ। ਕਿਹਨੂੰ ਕਹੋਗੇ ਭਾਈ? ਫਿਰ ਅੱਗੇ ਉਹਦੇ ਦਰਸ਼ਨ ਹੋਣਾ ਭਾਈ, ਪਰ ਇੰਨਾ ਟਾਈਮ ਨਹੀਂ ਹੁੰਦਾ ਹੈਗਾ। ਜਾਨੂੰ ਕੱਢ ਕੇ ਸਾਨੂੰ ਦੂਈ ਜੂਨੀ 'ਚ ਪਾਇਆ ਜਾਂਦਾ ਵਾ। ਜੇ ਅਸੀਂ ਇਹ ਪ੍ਰਾਪਤੀ ਕਰ ਲਈ, ਅਸੀਂ ਪਹਿਲਾਂ ਆਪਦੇ ਘਰ ਪਹੁੰਚਣਾ। ਮੈਂ ਸਰੀਰ 'ਚ ਰਹਿੰਦਿਆਂ ਅਸੀਂ ਆਪਦੇ ਘਰ ਪਹੁੰਚਣਾ। ਮੈਂ ਹੁਣ ਅਸੀਂ ਕੀ ਕਰਦੇ ਹਾਂ? ਅਸੀਂ ਪਲੇਟਫਾਰਮ 'ਤੇ ਬੈਠੇ ਹਾਂ, ਟ੍ਰੇਨਾਂ ਨਿਕਲੀ ਜਾਂਦੀਆਂ ਨੇ। ਇਹ ਸਰੀਰ ਇੱਕ ਪਲੇਟਫਾਰਮ ਹੈ, ਸਾਨੂੰ ਕੁਦਰਤ ਦੇ ਮਿਲਾਪ ਖਾਤਰ ਮਿਲਿਆ ਵਾ। ਹੁਣ ਅਸੀਂ ਸੋਚੀ ਜਾਂਦੇ ਹਾਂ। ਸਤਿਗੁਰਾਂ ਦੇ ਵਚਨ ਲੈ ਲੈਣੇ ਭਗਤ ਕਬੀਰ ਜੀ ਦੇ, ਹਰ ਕਾ ਨਾਮ ਨ ਜਪਤ ਗਵਾਰਾ, ਕਿਆ ਸੋਚੇ ਬਾਰੰਬਾਰ। ਸੋਚਦੇ ਰਹਿਣੇ, ਜਾਨੂੰ ਭਾਈ ਸਮਾਂ ਆ ਜਾਂਦਾ ਵਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ, ਜਾਨੂੰ ਕਾਲ ਡੰਡਾ ਮਾਰਦਾ ਕੱਢ ਕੇ ਲੈ ਜਾਂਦਾ ਹੈ। ਇਵੇਂ ਚੱਲਦਾ ਰਹਿੰਦਾ ਭਾਈ। ਉਹੀ ਸਤਿਗੁਰ ਸਮਝਾ ਰਹੇ ਨੇ। ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ ਭਾਈ, ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਉਹ ਅੰਦਰੋਂ ਜਾ ਕੇ ਸੁਣਨੀ ਆ ਅਸੀਂ। ਇਹ ਗੁਰਦੇਵ ਦਾ ਗਿਆਨ, ਇਹ ਲੈ ਕੇ ਅਸੀਂ ਅੰਦਰ ਜਾਣਾ ਵਾ। ਇਹ ਗਿਆਨ ਤੋਂ ਬਿਨਾਂ ਤਰੀਬ ਦੁਨੀਆ ਨੂੰ ਅਸੀਂ ਨਹੀਂ ਜਾ ਸਕਦੇ। ਉਹੀ ਤਾਂ ਸਤਿਗੁਰ ਸਮਝਾਉਂਦੇ। ਇੱਕ ਨਾ ਮੇਲ ਸਤਿਗੁਰ, ਇੱਕ ਤੇ ਕਿਰਪਾ ਹੋ ਜਾਂਦੀ। ਕਿਹਨਾਂ ਦੀ ਕਿਰਪਾ ਹੋ ਜਾਂਦੀ? ਉਹ ਗੁਰਸਿੱਖ ਸੰਗਤ 'ਤੇ ਕਿਰਪਾ ਹੋਊਗੀ, ਜਿਹੜੇ ਗੁਰ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਗੇ। ਉਹ ਅੰਦਰ ਹੀ ਆਪਦਾ ਜਿਹੜਾ ਹੈਗਾ ਉਹਦੇ ਤਰੀਬ ਦੁਨੀਆ ਨੂੰ ਚਲੇ ਜਾਣਗੇ। ਉਹਨਾਂ ਨੂੰ ਦਰਸ਼ਨ ਹੋ ਜਾਊਗਾ ਹਰ ਦਾ। ਹਰ ਦਰਸ਼ਨ ਹੈ, ਬਾਣੀ ਦਰਸ਼ਨ ਕਰਾਉਂਦੀ ਹੈ। ਜਿਹੜੀ ਨੂੰ ਸੁਣਦੇ ਨੇ ਤਾਂ ਅਮਰ ਹੋ ਜਾਂਦੇ, ਕਾਲ ਉਹਨੂੰ ਛੂਹ ਨਹੀਂ ਸਕਦਾ। ਪਰ ਜੇ ਕੋਈ ਸੁਣੇ ਹੀ ਨਾ ਉਹਨੂੰ, ਉਹੀ ਸਤਿਗੁਰ ਸਮਝਾ ਰਹੇ ਨੇ। ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ, ਇੱਕ ਭਰਮ ਭੁੱਲੇ ਫਿਰਦੇ ਆ, ਇੱਕ ਸਰੀਰ ਕਰਕੇ ਹੀ ਪੂਰਨ ਮੰਨੀ ਫਿਰਦੇ ਆਪਦੇ ਆਪ ਨੂੰ। ਵੱਡਾ ਬਣੇ ਬੈਠੇ ਨੇ, ਬੜੇ ਬੜੇ ਰਾਜ ਪਾਠ ਕੰਮ ਕਰ ਲਏ, ਬੜੀ ਦੁਨੀਆ ਮੰਨਦੀ ਹੈ। ਬਾਬਾ ਫਰੀਦ ਜੀ ਦਾ ਆਪਾਂ ਸਲੋਕ ਲੈ ਲੈਂਦੇ ਹਾਂ। ਫਰੀਦਾ ਧਨ ਜੋਬਨ ਬੜਿਆਈਆਂ, ਗਰਭ ਜਿਨਾਗਾ, ਖਾਲੀ ਚਲੀ ਤਣੀ ਜਿਉਂ ਟਿੱਬੇ ਮੁਹਾ। ਕਹਿੰਦੇ ਜੇ ਮੈਂ ਟਿੱਬਿਆਂ 'ਚ ਉੱਚੀ ਜਗ੍ਹਾ 'ਤੇ ਮੀਂਹ ਪੈਂਦਾ, ਕਿਸੇ ਕੰਮ ਨਹੀਂ ਆਉਂਦਾ। ਜੇ ਉੱਚੇ ਬਣੇ ਵੀ, ਸੰਸਾਰ ਨੇ ਥੋੜ੍ਹੀ ਵਡਿਆਈ ਵੀ ਕੀਤੀ, ਕੀ ਮਿਲਿਆ ਭਾਈ? ਖਾਲੀ ਚਲੇ ਗਏ, ਕਾਲ ਫੜ ਕੇ ਲੈ ਗਿਆ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਇੱਕ ਨਹੀਂ ਨਾਲ ਚੱਲਦੀ। ਜਦੋਂ ਕਾਲ ਆਉਂਦਾ ਦੇਖਦੇ ਹੀ ਆਪਾਂ, ਇੰਨਾ ਗਿਆਨ ਤਾਂ ਹੁੰਦਾ, ਪਰ ਅਸੀਂ ਉਹ ਕਬੂਤਰ ਦੇ ਅੱਖਾਂ ਮੀਚਣ ਵਾਲੀ ਗੱਲ ਆ ਵੀ ਜਿਵੇਂ ਕਬੂਤਰ ਅੱਖਾਂ ਮੀਚਦੇ, ਬਿੱਲੀ ਥੋੜ੍ਹੀ ਛੱਡ ਦਿਓ ਉਹਨੂੰ ਭਾਈ। ਜੇ ਅਸੀਂ ਅੱਖਾਂ ਮੀਚੀਆਂ ਧਰਮ ਕੰਨਿਓ ਤਾਂ ਸਾਨੂੰ ਕਾਲ ਨੇ ਥੋੜ੍ਹੀ ਛੱਡ ਦੇਣਾ। ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂਡ ਮੇ ਲਾਗੇ। ਜਾਗਦਾ ਜੀਵ ਦਾ ਕੀ ਫਾਇਦਾ ਫਿਰ ਭਾਈ? ਕੱਢ ਕੇ ਦੂਈ ਜੁਨੀ 'ਚ ਪਾ ਦਿੰਦੇ ਨੇ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਮਝੀਏ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੀਏ, ਸਾਨੂੰ ਪ੍ਰਾਪਤੀ ਹੋਊਗੀ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਅੰਤ ਤੇਰਾ ਤੂੰ ਹੈ ਜਾਣੇ, ਤੂੰ ਸਭ ਮੇ ਰਿਹਾ ਸਮਾਏ। ਸੱਚ ਕਹੇ ਨਾਨਕ ਸੁਣੋ ਸੰਤੋ, ਹਰ ਵਰਤੇ ਧਰਮ ਨਿਆਏ। ਨਿਵੇ ਸੋ ਗੌਰਾ ਹੋਏ, ਜਿਹੜੇ ਨੀਵੇਂ ਹੋ ਜਾਂਦੇ ਨੇ ਉਹ ਉੱਚੇ ਦਰਗਾਹ 'ਚ ਪਹੁੰਚ ਜਾਂਦੇ ਨੇ। ਜਿਹੜੇ ਸੰਸਾਰ 'ਚ ਵੱਡੇ ਬਣਦੇ ਨੇ ਭਾਈ, ਉਹ ਦਰਗਾਹ 'ਚ ਨੀਵੇਂ ਹੋ ਜਾਂਦੇ ਨੇ, ਉਹ ਨੀਚ ਹੋ ਜਾਂਦੇ ਨੇ। ਉਹਨਾਂ ਨੂੰ ਕਾਲ ਫੇਰ ਲੈ ਜਾਂਦਾ। ਇਹ ਕੰਮ ਨਹੀਂ ਕਰਨਾ। ਬਾਂਸ ਵਡਾਈ ਬੂਡਿਆ, ਇਉਂ ਮਤ ਬੂਡੋ ਕੋਏ, ਚੰਦਨ ਕੇ ਨਿਕਟੇ ਬਾਂਸ ਬਸੇ, ਬਾਂਸ ਸੁਗੰਧ ਨਾ ਹੋਏ। ਗੁਰਬਾਣੀ ਇਹ ਸ਼ਬਦ ਲੰਗਰ ਹੈ, ਵਾਧਾ ਹੈ ਭਾਈ। ਇਹ ਚੰਦਨ ਹੈ, ਇਹਦੀ ਖੁਸ਼ਬੂ ਲੈਣੀ ਆ ਅਸੀਂ। ਇਹਦੀ ਖੁਸ਼ਬੂ ਕੀ ਹੈ? ਗਿਆਨ। ਜਿਵੇਂ ਫੁੱਲ ਦਾ ਸੁਭਾਵ ਆ ਖੁਸ਼ਬੂ ਦੇਣਾ, ਐਵੇਂ ਗੁਰ ਸ਼ਬਦ ਦਾ ਸੁਭਾਵ ਆ। ਇਹ ਸਾਡਾ ਜਿਹੜਾ ਹੈਗਾ ਜੰਮਣ ਮਰਨ ਕੱਟ ਦਿੰਦਾ ਹੈ। ਗੁਰ ਸ਼ਬਦ 'ਚ ਇੰਨੀ ਪਾਵਰ ਹੈ, ਸਾਡਾ ਜੀਵਨ ਹੀ ਬਦਲ ਜਾਂਦਾ। ਜੇ ਅਸੀਂ ਫਿਰ ਵੀ ਨਾ ਸੁਣੀਏ, ਕਿੱਡੇ ਬੜੇ ਅਭਾਗੇ ਹਾਂ ਅਸੀਂ। ਉਹੀ ਸਤਿਗੁਰ ਸਮਝਾਉਂਦੇ ਨੇ, ਸੱਚ ਕਹੇ ਨਾਨਕ ਸੁਣੋ ਸੰਤੋ। ਸੰਸਾਰੀ ਸੰਤਾਂ ਨੂੰ, ਸੰਸਾਰੀ ਭੇਖਧਾਰੀਆਂ ਨੂੰ, ਸਾਰਿਆਂ ਨੂੰ ਸਾਨੂੰ ਸਮਝਾਉਂਦੇ ਨੇ। ਅਸੀਂ ਭੇਖ ਪਾ ਲੈਂਦੇ ਹਾਂ ਸਰੀਰ ਕਰਕੇ, ਸਾਨੂੰ ਗਿਆਨ ਨਹੀਂ ਹੁੰਦਾ ਹੈਗਾ।
ਉਹ ਜਿੰਨੇ ਧਰਮ ਕਰਮ ਕਰਦੇ ਆ ਸਾਰੇ ਸਰੀਰ ਕਰਕੇ ਆ। ਆਤਮਾ ਦੀ ਗਤੀ ਹੋਣੀ ਆ, ਆਤਮਾ ਨੇ ਪ੍ਰਾਤਮਾ ਦਾ ਦਰਸ਼ਨ ਕਰਨਾ, ਫਿਰ ਇਹਦੀ ਭਗਤੀ ਸ਼ੁਰੂ ਹੋਣੀ ਆ। ਸੱਚ ਕਹੇ ਨਾਨਕ ਸੁਣੋ ਸੰਤੋ, ਹਰ ਵਰਤੇ ਧਰਮ ਨਿਆਏ। ਧਰਮੇ ਤੋਂ ਭਾਵ ਗਿਆਨ, ਜਿਹਨੂੰ ਸੱਚ ਦਾ ਗਿਆਨ ਹੋ ਜਾਂਦਾ ਹੈ, ਫਿਰ ਜਿਹੜਾ ਹੈਗਾ ਵਾ ਇਹ ਆਪਦੇ ਘਰ ਪਹੁੰਚ ਜਾਂਦਾ ਵਾ। ਜਿਹੜੇ ਉਹਦਾ ਗਿਆਨ ਨਹੀਂ ਲੈਂਦੇ, ਗੁਰ ਸ਼ਬਦ ਦੀ ਕਮਾਈ ਨਹੀਂ ਕਰਦੇ, ਆਪਦੇ ਆਪ ਵੱਡਾ ਬਣਦੇ ਨੇ, ਉਹਨਾਂ ਨੂੰ ਕਾਲ ਲੈ ਜਾਂਦਾ। ਆਓ ਸਾਰਿਆਂ ਨੂੰ ਮਿਲ ਕੇ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।